ਹਾਂਜੀ ਸਟੂਡੈਂਟਸ, ਆਪਣਾ ਫਸਟ ਟੌਪਿਕ ਰੈਂਕ ਦਾ। ਇਸ ਰੈਂਕ ਦੇ ਟੌਪਿਕ ਦੇ ਵਿੱਚ ਪਹਿਲਾਂ ਆਪਾਂ ਕੁਝ ਕੁ ਬੇਸਿਕ ਡੈਫੀਨੇਸ਼ਨਸ ਕਲੀਅਰ ਕਰ ਲਈਏ ਕਿ ਸਿਸਟਮ ਆਫ ਲੀਨੀਅਰ ਇਕੁਏਸ਼ਨ ਜਾਂ ਨਾਨ ਹੋਮੋਜੀਨੀਅਸ ਸਿਸਟਮ ਆਫ ਲੀਨੀਅਰ ਇਕੁਏਸ਼ਨ ਕੀ ਹੈ, ਰੈਂਕ ਕੀ ਹੈ, ਡਿਟਰਮੀਨੈਂਟ ਕੀ ਹੈ। ਦੈਨ ਆਪਾਂ ਫਰਦਰ ਟੌਪਿਕ 'ਤੇ ਆਉਂਦੇ ਹਾਂ ਰੈਂਕ 'ਤੇ। ਸੋ ਫਸਟ ਡੈਫੀਨੇਸ਼ਨ ਆਪਣੇ ਕੋਲੇ ਲੀਨੀਅਰ ਇਕੁਏਸ਼ਨਸ ਦੀ। That system of equations is called linear system in which variables have maximum degree 1 and they do not comes in product। ਜੇ ਵੈਰੀਏਬਲਸ ਦੀ ਜਿਹੜੀ ਮੈਕਸਿਮਮ ਡਿਗਰੀ ਆ ਉਹ 1 ਹੋਵੇ, ਉਹ ਕਦੇ ਵੀ ਪ੍ਰੋਡਕਟ ਦੇ ਵਿੱਚ ਨਾ ਅਪੀਅਰ ਹੁੰਦੇ ਹੋਣ, ਦੈਨ ਉਸ ਸਿਸਟਮ ਆਫ ਇਕੁਏਸ਼ਨਸ ਨੂੰ ਕਿਹਾ ਜਾਂਦਾ ਸਿਸਟਮ ਆਫ ਲੀਨੀਅਰ ਇਕੁਏਸ਼ਨਸ। ਜਿਸ ਤਰ੍ਹਾਂ ਆਪਣੇ ਕੋਲ ਆ 3 ਇਕੁਏਸ਼ਨਸ ਅਪੀਅਰ ਹੋ ਰਹੀਆਂ ਨੇ, ਇਹਨਾਂ ਇਕੁਏਸ਼ਨਸ ਦੇ ਵਿੱਚ ਵੈਰੀਏਬਲਸ x y z ਨੇ ਔਰ ਇਹਨਾਂ ਵੈਰੀਏਬਲਸ ਦੀ ਮੈਕਸਿਮਮ ਡਿਗਰੀ ਹੈ ਜਿਹੜੀ ਉਹ 1 ਹੈ। ਕੋਈ ਵੀ ਵੈਰੀਏਬਲ ਆਪਸ ਦੇ ਵਿੱਚ ਪ੍ਰੋਡਕਟ ਦੇ ਵਿੱਚ ਨਹੀਂ ਆ ਰਿਹਾ, ਨਾਈਦਰ XY ਨੌਰ YZ ਨੌਰ XZ। ਸੋ ਇਸ ਸਿਸਟਮ ਨੂੰ ਆਪਾਂ ਬੋਲਦੇ ਹਾਂ ਸਿਸਟਮ ਆਫ ਲੀਨੀਅਰ ਇਕੁਏਸ਼ਨਸ। ਦੈਟ ਸਿਸਟਮ ਆਫ ਲੀਨੀਅਰ ਇਕੁਏਸ਼ਨ ਕੈਨ ਬੀ ਰਿਟਨ ਇਨ ਮੈਟ੍ਰਿਕਸ ਫਾਰਮ AX equals to B, where A is called coefficient matrix, X is called variable vector and B is called constant vector। ਸੋ ਜਿਹੜਾ A ਹੈ ਕੋਫੀਸ਼ੀਐਂਟ ਮੈਟ੍ਰਿਕਸ ਹੈ, ਜਿਸ ਤਰ੍ਹਾਂ ਇਹਦਾ ਨਾਮ ਹੀ ਕੋਫੀਸ਼ੀਐਂਟ ਮੈਟ੍ਰਿਕਸ ਹੈ, ਸੋ ਇਹ ਵੈਰੀਏਬਲਸ ਦੇ ਕੋਫੀਸ਼ੀਐਂਟਸ ਤੋਂ ਬਣੀ ਹੋਈ ਮੈਟ੍ਰਿਕਸ A ਹੈ। ਇਹਦੀ ਜਿਹੜੀ ਫਸਟ ਕਾਲਮ ਹੈ ਇਹ ਫਸਟ ਵੈਰੀਏਬਲ ਦੇ ਕੋਫੀਸ਼ੀਐਂਟਸ ਨੂੰ ਰਿਪਰੈਜ਼ੈਂਟ ਕਰਦੀ ਹੈ। ਜਿਸ ਤਰ੍ਹਾਂ ਆਪਣੇ ਸਿਸਟਮ ਆਫ ਇਕੁਏਸ਼ਨਸ ਦੇ ਵਿੱਚ ਕੀ ਸੀ ਕਿ ਪਹਿਲੀ ਇਕੁਏਸ਼ਨ ਦੇ ਵਿੱਚ ਵੈਰੀਏਬਲ x ਦਾ ਕੋਫੀਸ਼ੀਐਂਟ 1 ਹੈ, ਸੈਕੰਡ ਇਕੁਏਸ਼ਨ ਦੇ ਵਿੱਚ ਫਸਟ ਵੈਰੀਏਬਲ x ਦਾ ਕੋਫੀਸ਼ੀਐਂਟ 2 ਹੈ, ਥਰਡ ਇਕੁਏਸ਼ਨ ਦੇ ਵਿੱਚ ਪਹਿਲਾ ਵੈਰੀਏਬਲ x ਅਪੀਅਰ ਨਹੀਂ ਹੋ ਰਿਹਾ, ਦੈਟ ਮੀਨਸ ਉਹਦਾ ਕੋਫੀਸ਼ੀਐਂਟ ਉੱਥੇ 0 ਹੈ। ਸੋ ਆਪਣੇ ਕੋਲ ਪਹਿਲੀ ਕਾਲਮ ਕੀ ਆ ਗਈ 1 2 ਐਂਡ 0। ਸਿਮਿਲਰਲੀ ਸੈਕੰਡ ਵੈਰੀਏਬਲ ਦੇ ਕੋਫੀਸ਼ੀਐਂਟਸ ਤੋਂ ਆਪਣੇ ਕੋਲੇ ਬਣ ਰਹੀ ਹੈ ਸੈਕੰਡ ਕਾਲਮ z ਦੇ ਕੋਫੀਸ਼ੀਐਂਟਸ, ਥਰਡ ਵੈਰੀਏਬਲ z ਦੇ ਕੋਫੀਸ਼ੀਐਂਟਸ ਤੋਂ ਬਣ ਰਹੀ ਹੈ ਥਰਡ ਕਾਲਮ। ਸੋ ਇਹ ਆਪਣੇ ਕੋਲ ਕੋਫੀਸ਼ੀਐਂਟ ਮੈਟ੍ਰਿਕਸ ਹੈ। ਨੈਕਸਟ x is called variable vector which is obtained from variables of given system of linear equations। ਆਪਣੇ ਸਿਸਟਮ ਆਫ ਲੀਨੀਅਰ ਇਕੁਏਸ਼ਨਸ ਦੇ ਵਿੱਚ ਫਸਟ ਵੈਰੀਏਬਲ x ਸੀ, ਸੈਕੰਡ ਵੈਰੀਏਬਲ y ਸੀ, ਥਰਡ ਵੈਰੀਏਬਲ z ਹੈ। ਸੋ ਆਪਣੇ ਵੈਰੀਏਬਲ ਵੈਕਟਰ ਦੀਆਂ ਐਂਟਰੀਜ਼ ਹੋ ਗਈਆਂ x y z। ਨਾਓ ਕੈਪੀਟਲ B is constant vector which is obtained from right hand sides constants of right hand side of given system of linear equation। ਦਿੱਤੀਆਂ ਹੋਈਆਂ ਇਕੁਏਸ਼ਨਸ ਦੇ ਜਿਹੜੇ ਰਾਈਟ ਹੈਂਡ ਸਾਈਡ 'ਤੇ ਕੌਨਸਟੈਂਟਸ ਨੇ, ਉਹਨਾਂ ਕੌਨਸਟੈਂਟ ਐਂਟਰੀਜ਼ ਤੋਂ ਆਪਣੇ ਕੋਲੇ ਬਣ ਰਹੀ ਆ ਕੌਨਸਟੈਂਟ ਵੈਕਟਰ। ਨੈਕਸਟ ਡੈਫੀਨੇਸ਼ਨ ਹੈ ਹੋਮੋਜੀਨੀਅਸ ਜਾਂ ਨਾਨ ਹੋਮੋਜੀਨੀਅਸ ਸਿਸਟਮ ਆਫ ਲੀਨੀਅਰ ਇਕੁਏਸ਼ਨਸ ਕਿਹੜੇ ਹੁੰਦੇ ਆ। ਜੇ ਰਾਈਟ ਹੈਂਡ ਸਾਈਡ ਕੈਪੀਟਲ B ਕੌਨਸਟੈਂਟ ਵੈਕਟਰ 0 ਹੈ, ਇਹ 0 ਕਦੋਂ ਹੋਏਗਾ? ਜਦੋਂ ਇਹਦੀਆਂ ਈਚ ਐਂਟਰੀਜ਼ 0 ਨੇ। ਇਫ ਈਚ ਐਂਟਰੀਜ਼ of constant vector 0, that means if each equation have constant 0, that then given system of linear equations is called homogeneous system of linear equations। ਜੇ ਕੈਪੀਟਲ B ਨੋਨ ਜ਼ੀਰੋ ਹੋਵੇ, that means ਕੋਈ ਨਾ ਕੋਈ ਐਂਟਰੀ ਉਹਦੀ ਨੋਨ ਜ਼ੀਰੋ ਹੋਏਗੀ ਕੈਪੀਟਲ B ਦੀ, ਐਟਲੀਸਟ one entry is non-zero, then B is called non-zero, then system of linear equation is called non-homogeneous system of linear equation। next definition आ रही है अपने को order of matrix थी। we all know that order of matrix is number of rows and number of columns of given matrix। if given matrix have a number of rows m and number of columns n, then its order is m cross n। for example ਦੇ ਤੌਰ 'ਤੇ ਆਪਣੇ ਕੋਲੇ ਇੱਕ ਮੈਟ੍ਰਿਕਸ ਦਿਖਾਈ ਦੇ ਰਹੀ ਹੈ। ਇਸ ਮੈਟ੍ਰਿਕਸ ਦੇ ਵਿੱਚ ਫਸਟ ਰੋ 2 3 1 ਹੈ, ਸੈਕੰਡ ਰੋ -7 2 3 ਹੈ, ਐਂਡ ਇਹਦੀਆਂ ਜਿਹੜੀਆਂ ਕਾਲਮਸ ਨੇਗੀਆਂ ਫਸਟ ਕਾਲਮ 2 -7 ਹੈ, ਸੈਕੰਡ ਕਾਲਮ 3 2 ਹੈ, ਥਰਡ ਕਾਲਮ 1 3 ਹੈ। ਸੋ ਇਹਦੇ ਵਿੱਚ 3 ਕਾਲਮਸ ਨੇ। ਸੋ ਇਹਦਾ ਆਰਡਰ ਹੋਏਗਾ 2 × 3 ਦਾ। 2 ਰੋ ਨੇ, 3 ਕਾਲਮ ਨੇ, ਸੋ 2 × 3। ਨੈਕਸਟ ਡੈਫੀਨੇਸ਼ਨ ਨੇ ਆਪਣੇ ਕੋਲ ਸਕੇਅਰ ਮੈਟ੍ਰਿਕਸ ਅਤੇ ਰੈਕਟੈਂਗੂਲਰ ਮੈਟ੍ਰਿਕਸ ਦੀਆਂ। ਇਫ ਇਨ ਗਿਵਨ ਮੈਟ੍ਰਿਕਸ ਨੰਬਰ ਆਫ ਰੋਜ਼ ਐਂਡ ਨੰਬਰ ਆਫ ਕਾਲਮਸ ਇਜ਼ ਇਕੁਅਲ, ਦੈਨ ਦੈਟ ਮੈਟ੍ਰਿਕਸ ਇਜ਼ ਕਾਲਡ ਸਕੇਅਰ ਮੈਟ੍ਰਿਕਸ। ਇਸ ਸਕੇਅਰ ਮੈਟ੍ਰਿਕਸ ਦਾ ਆਰਡਰ ਕਿੱਦਾਂ ਦੀ ਫਾਰਮ ਦੇ ਵਿੱਚ ਹੋਏਗਾ? m × m ਜਾਂ n × n, ਬਿਕੋਜ਼ ਇਟਸ ਨੰਬਰ ਆਫ ਰੋਜ਼ ਐਂਡ ਨੰਬਰ ਆਫ ਕਾਲਮਸ ਇਜ਼ ਇਕੁਅਲ। ਸੋ ਅਦਰ ਡੈਫੀਨੇਸ਼ਨ ਇਜ਼ ਰੈਕਟੈਂਗੂਲਰ ਮੈਟ੍ਰਿਕਸ ਦੀ। ਵੈਨ ਨੰਬਰ ਆਫ ਰੋਜ਼ ਐਂਡ ਨੰਬਰ ਆਫ ਕਾਲਮ ਡੂ ਨਾਟ ਇਕੁਅਲ ਇਨ ਗਿਵਨ ਮੈਟ੍ਰਿਕਸ, ਕਿ ਆਈਦਰ ਰੋਜ਼ ਦੀ ਕਾਊਂਟਿੰਗ ਜ਼ਿਆਦਾ ਆ ਜਾਂ ਕਾਲਮਸ ਦੀ ਕਾਊਂਟਿੰਗ ਜ਼ਿਆਦਾ ਹੈ। ਇਸ ਤਰ੍ਹਾਂ ਦੀ ਮੈਟ੍ਰਿਕਸ ਨੂੰ ਆਪਾਂ ਬੋਲਾਂਗੇ
ਰੈਕਟੈਂਗੂਲਰ ਮੈਟ੍ਰਿਕਸ। ਇਹਦਾ ਆਰਡਰ ਕਿਸ ਤਰ੍ਹਾਂ ਦੀ ਫਾਰਮ ਦੇ ਵਿੱਚ ਹੋਏਗਾ, m ਅਕਰੋਸ n ਜਾਂ n ਅਕਰੋਸ m ਦੀ ਫਾਰਮ ਦੇ ਵਿੱਚ, ਬਿਕੋਜ਼ ਇਹਦੇ ਨੰਬਰ ਆਫ ਰੋਜ਼ ਅਤੇ ਨੰਬਰ ਆਫ ਕਾਲਮਸ ਬਰਾਬਰ ਨਹੀਂ ਹੈਗੇ। ਸੋ ਆਰਡਰ ਹੈ ਜਿਹੜਾ ਉਹਦਾ m ਕ੍ਰੋਸ n, ਫਸਟ ਮੈਂਬਰ ਐਂਡ ਸੈਕਿੰਡ ਮੈਂਬਰ ਡਿਫਰੈਂਟ ਹੋਣਗੇ ਆਰਡਰ ਦੇ। ਨੈਕਸਟ ਡੈਫੀਨੇਸ਼ਨ ਆਪਣੇ ਕੋਲ ਡਿਟਰਮੀਨੈਂਟ ਦੀ। ਈਚ ਮੈਟ੍ਰਿਕਸ is associated या assigned with a scalar number. That scalar number is called determinant of that matrix. Determinant scalar number is obtained from elements of given matrix. ਆਪਾਂ ਡਿਟਰਮੀਨੈਂਟ ਆ ਜਿਹੜਾ ਉਹ ਸਕੇਅਰ ਮੈਟ੍ਰਿਕਸ ਦਾ ਹੀ ਫਾਈਂਡ ਆਊਟ ਕਰ ਸਕਦੇ ਹਾਂ। ਜਿਸ ਤਰ੍ਹਾਂ ਕਾਫੀ ਸਟੂਡੈਂਟਸ ਦੀਆਂ ਕੁਐਰੀਜ਼ ਹੁੰਦੀਆਂ ਨੇ ਕਿ ਕਿਸੇ ਰੈਕਟੈਂਗੂਲਰ ਮੈਟ੍ਰਿਕਸ ਦਾ ਕਿਵੇਂ ਡਿਟਰਮੀਨੈਂਟ ਪਤਾ ਕੀਤਾ ਜਾਵੇ। ਫੋਰ ਐਗਜ਼ਾਮਪਲ ਦੇ ਤੌਰ 'ਤੇ ਜਿਵੇਂ ਆਪਣੇ ਕੋਲ ਆਮ ਇੱਕ ਮੈਟ੍ਰਿਕਸ ਬਣ ਰਹੀ ਹੈ ਜਿਹੜੀ ਕਿ ਰੈਕਟੈਂਗੂਲਰ ਫਾਰਮ ਦੇ ਵਿੱਚ ਹੈ, 2x3 ਦੀ ਫਾਰਮ ਦੇ ਵਿੱਚ ਹੈ। ਇਹਦਾ ਆਪਾਂ ਡਾਇਰੈਕਟਲੀ ਡਿਟਰਮੀਨੈਂਟ ਨਹੀਂ ਫਾਈਂਡ ਆਊਟ ਕਰ ਸਕਦੇ। ਸੋ ਇਹਦਾ ਜਿਹੜਾ ਆਰਡਰ ਹੈ ਉਹ 2x3 ਦੀ ਫਾਰਮ ਦੇ ਵਿੱਚ ਹੈ। ਇਹਦੀਆਂ ਕਾਲਮਸ ਜ਼ਿਆਦਾ ਨੇ, ਰੋਜ਼ ਘੱਟ ਨੇ। ਸੋ ਕਾਲਮਸ ਦੀ ਕਾਊਂਟਿੰਗ ਇੱਕ ਜ਼ਿਆਦਾ ਆ ਰੋਜ਼ ਦੀ ਕਾਊਂਟਿੰਗ ਤੋਂ। ਸੋ ਆਪਾਂ ਨੂੰ ਪਹਿਲਾਂ ਤਾਂ ਇਹਦੇ ਸਕੇਅਰ ਆਰਡਰ ਦੇ, ਲਾਰਜੈਸਟ ਪੋਸੀਬਲ ਸਕੇਅਰ ਆਰਡਰ ਦੇ ਮਾਈਨਰਸ ਪਤਾ ਕਰਨੇ ਪੈਣਗੇ। ਜਿਵੇਂ ਇਹਦੇ ਵਿੱਚ ਇੱਕ ਕਾਲਮ ਜ਼ਿਆਦਾ ਆ ਤਾਂ ਟਰਨ ਬਾਈ ਟਰਨ ਇੱਕ ਕਾਲਮ ਡਿਲੀਟ ਕਰਦੇ ਹੋਏ ਆਪਣੇ ਕੋਲ 2x2 ਦੇ ਆਰਡਰਸ 2x2 ਆਰਡਰਸ ਦੇ ਮਾਈਨਰਸ ਪਤਾ ਚੱਲਦੇ ਰਹਿਣਗੇ। ਦੈਨ ਆਪਾਂ ਉਹਨਾਂ ਸਕੇਅਰ ਆਰਡਰ ਦੇ ਮਾਈਨਰਸ ਦਾ ਡਿਟਰਮੀਨੈਂਟ ਪਤਾ ਕਰ ਸਕਦੇ ਹਾਂ। ਸੋ ਨੈਕਸਟ ਆਪਣੇ ਕੋਲ ਰੈਂਕ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਰੈਂਕ ਕੀ ਹੈ, ਇੱਕ ਡਿਟਰਮੀਨੈਂਟ ਮੈਥਡ ਰਾਹੀਂ ਪਤਾ ਕੀਤਾ ਜਾ ਸਕਦਾ। ਨੈਕਸਟ ਮੈਥਡ ਹੈ ਜਿਹੜਾ ਉਹ ਐਲੀਮੈਂਟਰੀ ਰੋ ਟਰਾਂਸਫੋਰਮੇਸ਼ਨ ਤੋਂ ਪਤਾ ਕੀਤਾ ਜਾ ਸਕਦਾ। ਫਸਟਲੀ ਆਪਾਂ ਡੈਫੀਨੇਸ਼ਨ ਦੀ ਗੱਲ ਕਰੀਏ ਕਿ ਰੈਂਕ ਕੀ ਹੈ। ਰੈਂਕ ਹੈ ਨੰਬਰ ਆਫ ਲੀਨੀਅਰ ਇੰਡੀਪੈਂਡੈਂਟ ਰੋਜ਼ ਜਾਂ ਨੰਬਰ ਆਫ ਲੀਨੀਅਰ ਇੰਡੀਪੈਂਡੈਂਟ ਕਾਲਮ ਵੈਕਟਰਸ ਜਾਂ ਰੋ ਵੈਕਟਰਸ ਆਫ ਗਿਵਨ ਮੈਟ੍ਰਿਕਸ। ਸੋ ਆਪਾਂ ਫਰਦਰ ਟੋਪਿਕ ਦੇ ਵਿੱਚ ਕੰਸੀਡਰ ਕਰਦੇ ਹਾਂ ਕਿ ਲੀਨੀਅਰ ਇੰਡੀਪੈਂਡੈਂਟ ਜਾਂ ਲੀਨੀਅਰ ਡਿਪੈਂਡੈਂਟ ਵੈਕਟਰਸ ਕਿਹੜੇ ਹੁੰਦੇ ਆ। ਸੋ ਹੁਣ ਰੈਂਕ ਫਾਈਂਡ ਆਊਟ ਕਰਨ ਦੇ ਲਈ ਆਪਣੇ ਕੋਲ ਬੇਸਿਕਲੀ ਦੋ ਮੈਥਡ ਨੇ, ਡਿਟਰਮੀਨੈਂਟ ਮੈਥਡ ਐਂਡ ਐਲੀਮੈਂਟਰੀ ਰੋ ਟਰਾਂਸਫੋਰਮੇਸ਼ਨ ਮੈਥਡ। ਅੱਜ ਦੇ ਟੋਪਿਕ ਦੇ ਵਿੱਚ ਆਪਾਂ ਫਸਟ ਮੈਥਡ ਡਿਟਰਮੀਨੈਂਟ ਮੈਥਡ ਰਾਹੀਂ ਕਿਸੇ ਮੈਟ੍ਰਿਕਸ ਦਾ ਰੈਂਕ ਫਾਈਂਡ ਆਊਟ ਕਰਨਾ ਸਿੱਖਦੇ ਹਾਂ। ਸੋ ਰੈਂਕ ਨੂੰ ਫਾਈਂਡ ਆਊਟ ਕਰਨ ਦੇ ਲਈ, ਰੈਂਕ ਨੂੰ ਰਾਈਟ ਕਰਨ ਦੇ ਲਈ ਪਹਿਲਾਂ ਤਾਂ ਆਪਾਂ ਇੱਕ ਆ ਲੈਟਰ ਹੈ, ਸਿੰਬਲ ਹੈ ਆਪਣੇ ਕੋਲ ਰੋ ਦਾ, RHO ਦੀ ਫਾਰਮ ਦੇ ਵਿੱਚ ਹੈ। ਕਿਸੇ ਮੈਟ੍ਰਿਕਸ A ਦਾ ਜੇ ਰੈਂਕ ਫਾਈਂਡ ਆਊਟ ਕਰ ਲਿਆ ਗਿਆ ਆ ਤਾਂ ਉਸ ਰੈਂਕ ਨੂੰ ਆਪਾਂ ਰਾਈਟ ਆਊਟ ਕਰਾਂਗੇ ਰੋ ਆਫ A, ਬੋਲਾਂਗੇ ਇਹਨੂੰ ਆਪਾਂ ਰੋ ਆਫ A। ਸੋ ਡਿਟਰਮੀਨੈਂਟ ਮੈਥਡ ਰਾਹੀਂ ਰੈਂਕ ਪਤਾ ਕਰਨ ਦੇ ਲਈ ਕੁਛ ਕੁ ਸਟੈਪਸ ਬਣਾਏ ਨੇ ਮੈਂ, ਆਪਾਂ ਉਹਨਾਂ ਸਟੈਪਸ ਨੂੰ ਫੋਲੋ ਕਰਦੇ ਹਾਂ। ਉਹਨਾਂ ਸਟੈਪਸ ਦੇ ਰਾਹੀਂ ਆਪਾਂ ਮੈਟ੍ਰਿਕਸ ਦਾ ਰੈਂਕ ਪਤਾ ਕਰਨਾ ਸਿੱਖਦੇ ਹਾਂ। ਸੋ ਫਸਟਲੀ ਆਪਾਂ ਨੂੰ ਮੈਟ੍ਰਿਕਸ ਦਾ ਆਰਡਰ ਚੈੱਕ ਕਰਨਾ ਪਏਗਾ ਕਿ ਮੈਟ੍ਰਿਕਸ ਦਾ ਆਰਡਰ ਕਿੰਨਾ ਆ। ਜੇ ਮੈਟ੍ਰਿਕਸ ਸਕੇਅਰ ਆਰਡਰ ਦੀ ਹੈ ਦੈਨ ਆਪਾਂ ਉਹਦਾ ਡਿਟਰਮੀਨੈਂਟ ਪਤਾ ਕਰਨਾ ਆ। ਜੇ ਮੈਟ੍ਰਿਕਸ ਰੈਕਟੈਂਗੂਲਰ ਆਰਡਰ ਦੀ ਆ ਤਾਂ ਪਹਿਲਾਂ ਤਾਂ ਆਪਾਂ ਨੂੰ ਉਹਦੇ ਸਕੇਅਰ ਆਰਡਰ ਦੇ ਮਾਈਨਰਸ ਪਤਾ ਕਰਨੇ ਪੈਣਗੇ, ਫਿਰ ਆਪਾਂ ਉਹਦੇ ਰੈਂਕ ਵੱਲ ਵੱਧ ਸਕਦੇ ਹਾਂ। ਸੋ ਫਸਟਲੀ ਆਪਾਂ ਅਜ਼ਿਊਮ ਕਰਕੇ ਚੱਲਦੇ ਹਾਂ ਕਿ ਕੋਈ ਮੈਟ੍ਰਿਕਸ ਹੈ R×R ਆਰਡਰ ਦੀ, ਕੈਪੀਟਲ A ਮੈਟ੍ਰਿਕਸ ਹੈ R×R ਆਰਡਰ ਦੀ। ਦੈਨ ਆਪਾਂ ਉਹਦਾ ਪਹਿਲਾ ਸਟੈਪ ਦੇ ਆਰਡਰ ਰਾਈਟ ਆਊਟ ਕਰ ਲਿਆ R। ਨੈਕਸਟ ਆਪਾਂ ਉਹਦਾ ਸੈਕਿੰਡ ਸਟੈਪ ਦੇ ਡਿਟਰਮੀਨੈਂਟ ਫਾਈਂਡ ਆਊਟ ਕਰਦੇ ਹਾਂ। ਉਹਦੇ ਡਿਟਰਮੀਨੈਂਟ ਤੋਂ ਹੀ ਐਸਟੀਮੇਟ ਲੱਗੇਗਾ ਉਹਦੇ ਰੈਂਕ ਦਾ। ਸੋ ਡਿਟਰਮੀਨੈਂਟ ਫਾਈਂਡ ਆਊਟ ਕਰਨ ਤੋਂ ਬਾਅਦ ਆਪਣੇ ਕੋਲ ਇੱਕ ਸਿੰਗਲ ਸਕੇਲਰ ਮੈਂਬਰ ਮਿਲ ਜਾਏਗਾ। ਹੁਣ ਇੱਥੇ ਦੋ ਪੋਸੀਬਿਲਿਟੀਜ਼ ਨੇਗੀਆਂ ਕਿ ਮੈਟ੍ਰਿਕਸ ਦਾ ਜਿਹੜਾ ਡਿਟਰਮੀਨੈਂਟ ਹੈ ਉਹ 0 ਵੀ ਆ ਸਕਦਾ, ਨੋਨ 0 ਵੀ ਆ ਸਕਦਾ। ਸੋ ਕੇਸ 1 ਥਰਡ ਸਟੈਪ ਦੇ ਵਿੱਚ ਆਪਣੇ ਕੋਲ ਆ ਕੇਸ 1 ਕਿ ਜੇ ਮੈਟ੍ਰਿਕਸ ਦਾ ਡਿਟਰਮੀਨੈਂਟ ਹੈ ਨੋਨ 0 ਆ ਰਿਹਾ, ਦੈਨ ਆਪਣੀ ਪ੍ਰੋਬਲਮ ਆਲਮੋਸਟ ਸੋਲਵ ਹੋ ਚੁੱਕੀ ਹੈ। ਮੈਟ੍ਰਿਕਸ ਦਾ ਜਿੰਨਾ ਆਰਡਰ ਸੀ ਉਹੀ ਉਸ ਮੈਟ੍ਰਿਕਸ ਦਾ ਰੈਂਕ ਹੋਏਗਾ। ਧਿਆਨ ਦਿਓ, ਦੁਬਾਰਾ ਕਲੀਅਰ ਕਰ ਰਿਹਾ ਮੈਂ ਇਸ ਗੱਲ ਨੂੰ ਕਿ ਜੇ ਮੈਟ੍ਰਿਕਸ ਦਾ ਡਿਟਰਮੀਨੈਂਟ, ਜਿਹੜੀ ਸਕੇਅਰ ਆਰਡਰ ਦੀ ਮੈਟ੍ਰਿਕਸ ਸੀ, ਜੇ ਉਹਦਾ ਡਿਟਰਮੀਨੈਂਟ ਨੋਨ 0 ਆ ਰਿਹਾ ਦੈਨ ਉਹਦਾ ਆਰਡਰ R ਸੀ ਤਾਂ ਉਹਦਾ ਰੈਂਕ ਵੀ R ਹੀ ਹੋਏਗਾ। ਠੀਕ ਹੈ ਜੀ। ਨੈਕਸਟ ਸਬ ਕੇਸ ਕੀ ਹੈ ਕਿ ਜੇ ਮੈਟ੍ਰਿਕਸ ਦਾ ਡਿਟਰਮੀਨੈਂਟ 0 ਹੁੰਦਾ ਦੈਨ ਹੁਣ ਉਹਦਾ ਆਰਡਰ ਹੈ ਜਿਹੜਾ ਉਹ ਰੈਂਕ ਦੇ ਬਰਾਬਰ ਨਹੀਂ ਆ ਸਕਦਾ। ਰੈਂਕ ਆ ਜਿਹੜਾ ਉਹ ਆਰਡਰ ਤੋਂ ਲੈਸ ਹੋਏਗਾ, ਸਟ੍ਰਿਕਟਲੀ ਲੈਸ ਹੋਏਗਾ। ਸੋ ਇਸ ਗੱਲ ਨੂੰ ਧਿਆਨ ਨਾਲ ਥਰਡ ਸਟੈਪ 'ਤੇ ਕਲੀਅਰ ਕਰ ਲਿਓ। ਇਹੀ ਸਟੈਪ ਆਪਾਂ ਨੂੰ ਬਾਰ-ਬਾਰ ਹੈਲਪ ਕਰੇਗਾ ਮੈਟ੍ਰਿਕਸ ਦਾ ਰੈਂਕ ਫਾਈਂਡ ਆਊਟ ਕਰਨ ਦੇ ਲਈ। ਅਤੇ ਐਗਜ਼ਾਮ ਦੇ ਵਿੱਚ ਇੱਕ ਸਮ ਮੋਸਟਲੀ ਆ ਹੀ ਜਾਂਦਾ ਇਹਦਾ ਕਿ ਜਿਹਦੇ ਵਿੱਚ ਆਪਣੇ ਕੋਲ ਕੋਈ ਮੈਟ੍ਰਿਕਸ ਦਿੱਤੀ ਹੁੰਦੀ ਆ, ਸਕੇਅਰ ਆਰਡਰ ਦੀ ਹੈ, ਉਹਦਾ ਰੈਂਕ ਗਿਵਨ ਦੇ ਰੱਖਿਆ, ਉਸ ਮੈਟ੍ਰਿਕਸ ਦੇ ਵਿੱਚ ਕੋਈ ਨਾ ਕੋਈ ਵੈਰੀਏਬਲ ਪਿਆ, ਅਨਨੋਨ ਵੈਲਿਊ ਹੈ ਜਿਹਦੀ, ਉਹ ਆਪਾਂ ਨੂੰ ਵੈਲਿਊ ਫਾਈਂਡ ਆਊਟ ਕਰਨ ਨੂੰ ਕਹਿ ਦਿੰਦੇ ਨੇ ਉਸ ਵੈਰੀਏਬਲ ਦੀ। ਇਹ ਥਰਡ ਸਟੈਪ ਆਪਾਂ ਨੂੰ ਕਾਫੀ ਹੈਲਪ ਕਰੇਗਾ। ਆਪਾਂ ਉਹਦੇ ਬਾਰੇ ਬਾਅਦ ਦੇ ਵਿੱਚ ਗੱਲ ਕਰਦੇ ਹਾਂ ਕਿ ਉਹਨਾਂ ਪ੍ਰੋਬਲਮਸ ਨੂੰ ਕਿਸ ਤਰ੍ਹਾਂ ਸੋਲਵ ਕਰਨਾ। ਪਹਿਲਾਂ ਆਪਾਂ
ਰੈਂਕ ਫਾਈਂਡ ਆਊਟ ਕਰਨਾ ਸਿੱਖ ਲਈਏ। ਸੋ ਮੈਂ ਥਰਡ ਸਟੈਪ ਨੂੰ ਦੁਬਾਰਾ ਦੱਸ ਦਿੰਦਾ ਕਿ ਜਿਹੜੀ ਸਕੇਅਰ ਆਰਡਰ ਦੀ ਮੈਟ੍ਰਿਕਸ ਸੀ, ਸਬ ਕੇਸ 1 ਕੀ ਹੈ, ਜੇ ਉਹਦਾ ਪਹਿਲਾ ਡਿਟਰਮੀਨੈਂਟ ਆਰ ਕ੍ਰੋਸ ਆਰ ਆਰਡਰ ਦੀ ਮੈਟ੍ਰਿਕਸ ਦਾ ਡਿਟਰਮੀਨੈਂਟ ਨੋਨ ਜ਼ੀਰੋ ਆ, ਤਾਂ ਜਿੰਨਾ ਉਹਦਾ ਆਰਡਰ ਆ ਉਨਾ ਹੀ ਉਹਦਾ ਰੈਂਕ ਹੋਏਗਾ। ਰੈਂਕ ਕੀ ਆ ਗਿਆ? ਆਰ। ਸਬ ਕੇਸ 2 ਕੀ ਆ ਕਿ ਜੇ ਮੈਟ੍ਰਿਕਸ ਦਾ ਡਿਟਰਮੀਨੈਂਟ ਜ਼ੀਰੋ ਆ ਰਿਹਾ ਹੋਵੇ, ਦੈਨ ਉਹਦਾ ਜਿਹੜਾ ਰੈਂਕ ਹੈ ਉਹ ਆਰ ਦੇ ਬਰਾਬਰ ਨਹੀਂ ਹੋ ਸਕਦਾ, ਆਰ ਤੋਂ ਸਟ੍ਰਿਕਟਲੀ ਲੈਸ ਹੋਏਗਾ। ਇਹਨੂੰ ਆਪਾਂ ਫੋਰਥ ਸਟੈਪ ਦੇ ਵਿੱਚ ਦੁਬਾਰਾ ਰਾਈਟ ਆਊਟ ਕਰਦੇ ਹਾਂ ਇਸ ਕੰਮ ਨੂੰ, ਤਾਂ ਕਿ ਆਪਾਂ ਨੂੰ ਫਰਦਰ ਕੈਲਕੂਲੇਸ਼ਨ ਕਰਨੀ ਕਾਫੀ ਈਜ਼ੀ ਹੋ ਜਾਵੇ। ਸੋ ਫੋਰਥ ਸਟੈਪ ਦੇ ਵਿੱਚ ਆਪਾਂ ਥਰਡ ਸਟੈਪ ਦੇ ਸੈਕਿੰਡ ਸਬ ਕੇਸ ਨੂੰ ਲੈ ਕੇ ਚੱਲਦੇ ਹਾਂ, ਜਿਹਦੇ ਵਿੱਚ ਆਪਾਂ ਕਿਹਾ ਕਿ ਜੇ ਮੈਟ੍ਰਿਕਸ ਦਾ ਡਿਟਰਮੀਨੈਂਟ ਜ਼ੀਰੋ ਹੋਵੇ। ਸੋ ਆਪਾਂ ਨੇ ਕੰਸੀਡਰ ਕੀਤੀ ਹੋਈ ਹੈ ਕੋਈ ਮੈਟ੍ਰਿਕਸ ਏ ਜਿਹਦਾ ਆਰਡਰ ਆਰ ਕ੍ਰੋਸ ਆਰ ਦੀ ਫਾਰਮ ਦੇ ਵਿੱਚ ਆ, ਮਤਲਬ ਉਹਦਾ ਆਰਡਰ ਕੀ ਹੈ? ਆਰ ਹੈ। ਹੁਣ ਉਹਦਾ ਡਿਟਰਮੀਨੈਂਟ ਆਪਾਂ ਨੇ ਫਾਈਂਡ ਆਊਟ ਕੀਤਾ, ਜ਼ੀਰੋ ਆ ਰਿਹਾ। ਸੋ ਜ਼ੀਰੋ ਡਿਟਰਮੀਨੈਂਟ ਆਉਣ ਦੇ ਕੇਸ ਦੇ ਵਿੱਚ ਮੈਟ੍ਰਿਕਸ ਦਾ ਜਿਹੜਾ ਰੈਂਕ ਹੈ ਉਹ ਆਰ ਦੇ ਬਰਾਬਰ ਨਹੀਂ ਹੋ ਸਕਦਾ। ਮੈਟ੍ਰਿਕਸ ਦਾ ਜਿਹੜਾ ਰੈਂਕ ਹੈ ਆਰ ਤੋਂ ਸਟ੍ਰਿਕਟਲੀ ਲੈਸ ਹੋ ਸਕਦਾ। ਆਰ ਤੋਂ ਲੈਸ ਕਿੰਨਾ? R-1 ਜਾਂ R-2 ਜਾਂ R-3 ਅਪ ਟੂ ਸੋ ਇਸ ਤਰ੍ਹਾਂ ਦੀ ਫਾਰਮ ਦੇ ਵਿੱਚ ਹੋ ਸਕਦਾ। ਸੋ ਹੁਣ ਆਪਾਂ ਇਹ ਵੀ ਬੋਲ ਸਕਦੇ ਹਾਂ ਕਿ ਮੈਟ੍ਰਿਕਸ ਦਾ ਜਿਹੜਾ ਰੈਂਕ ਹੈ ਉਹ R-1 ਤੋਂ ਲੈਸ ਦੈਨ ਇਕੁਅਲ ਟੂ ਆ। ਤੁਹਾਨੂੰ ਦੱਸਿਆ ਮੈਂ ਕਈ ਪੋਸੀਬਿਲਿਟੀਜ਼ ਹੋ ਸਕਦੀਆਂ ਨੇ ਕਿ R-1 ਵੀ ਰੈਂਕ ਹੋ ਸਕਦਾ, R-2 ਵੀ ਹੋ ਸਕਦਾ, R-3 ਵੀ ਹੋ ਸਕਦਾ। ਇਹਨੂੰ ਫਰਦਰ ਇਨਵੈਸਟੀਗੇਸ਼ਨ ਦੀ ਲੋੜ ਹੈ, ਉਹਨੂੰ ਆਪਾਂ ਨੈਕਸਟ ਸਟੈਪ ਦੇ ਵਿੱਚ ਫਾਈਂਡ ਆਊਟ ਕਰਦੇ ਹਾਂ। ਹੁਣ ਜਿਸ ਤਰ੍ਹਾਂ ਆਪਾਂ ਨੇ ਥਰਡ ਸਟੈਪ ਦੇ ਸੈਕਿੰਡ ਸਬ ਕੇਸ ਨੂੰ ਲੈ ਕੇ ਅੱਗੇ ਚੱਲੇ ਹਾਂ ਕਿ ਜੇ ਮੈਟ੍ਰਿਕਸ ਦਾ ਡਿਟਰਮੀਨੈਂਟ ਜ਼ੀਰੋ ਹੈ ਤਾਂ ਮੈਟ੍ਰਿਕਸ ਦਾ ਰੈਂਕ ਆਰ ਤੋਂ ਘੱਟ ਹੋਊਗਾ। ਦੈਨ ਹੁਣ ਆਪਾਂ ਨੂੰ ਮੈਟ੍ਰਿਕਸ ਏ ਸੀ ਜਿਹੜੀ ਆਰ ਕ੍ਰੋਸ ਆਰ ਆਰਡਰ ਦੀ ਸੀ, ਉਹਦੇ ਮਾਈਨਰਸ ਪਤਾ ਕਰਨੇ ਪੈਣਗੇ। R-1 ਕ੍ਰੋਸ R-1 ਦੇ ਇੱਕ ਰੋ ਅਤੇ ਇੱਕ ਕਾਲਮ ਡਿਲੀਟ ਕਰਾਂਗੇ, ਕਿਉਂਕਿ ਮੈਟ੍ਰਿਕਸ ਸਕੇਅਰ ਆਰਡਰ ਦੀ ਸੀ ਤਾਂ ਉਹਦੇ ਵਿੱਚੋਂ ਇੱਕ ਰੋ ਅਤੇ ਇੱਕ ਕਾਲਮ ਡਿਲੀਟ ਕਰਨ ਤੋਂ ਬਾਅਦ ਉਹਦੇ ਸਕੇਅਰ ਆਰਡਰ ਦੇ ਹੀ ਮਾਈਨਰਸ ਮਿਲ ਰਹੇ ਨੇ R-1 ਕ੍ਰੋਸ R-1 ਦੇ। ਸਾਰੇ ਮਾਈਨਰਸ ਨੂੰ ਨੋਟ ਕਰਾਂਗੇ R-1 ਕ੍ਰੋਸ R-1 ਦਿਆਂ ਨੂੰ, ਦੈਨ ਉਹਨਾਂ ਦਾ ਡਿਟਰਮੀਨੈਂਟ ਫਾਈਂਡ ਆਊਟ ਕਰਾਂਗੇ। ਨੈਕਸਟ ਕੀ ਹੈ? ਇਫ ਐਨੀ ਮਾਈਨਰ ਆਫ ਆਰਡਰ R-1 ਕ੍ਰੋਸ R-1 ਹੈਵ ਨੋਨ ਜ਼ੀਰੋ ਡਿਟਰਮੀਨੈਂਟ। ਤੁਹਾਨੂੰ ਮੈਂ ਦੱਸਿਆ ਸੀ ਥਰਡ ਸਟੈਪ ਬਾਰ-ਬਾਰ ਆਪਣੀ ਹੈਲਪ ਕਰੇਗਾ। ਉਹੀ ਮੈਥਡ ਨੂੰ ਆਪਾਂ ਉਹੀ ਸਹੀ ਪ੍ਰੋਸੈਸ ਨੂੰ ਅੱਗੇ ਫੋਲੋ ਕਰਾਂਗੇ। ਹੁਣ ਆਪਣੇ ਕੋਲ ਸਕੇਅਰ ਆਰਡਰ ਦੇ ਮਾਈਨਰ ਨੇ ਜਿਨ੍ਹਾਂ ਦਾ ਆਰਡਰ R-1 ਕ੍ਰੋਸ R-1 ਹੈ। ਜੇ ਕਿਸੇ ਇੱਕ ਮਾਈਨਰ ਦਾ ਵੀ ਡਿਟਰਮੀਨੈਂਟ ਨੋਨ ਜ਼ੀਰੋ ਆ ਗਿਆ ਦੈਨ ਆਪਣੀ ਪ੍ਰੋਬਲਮ ਸੋਲਵ ਹੋ ਚੁੱਕੀ ਹੈ। ਦਿੱਤੀ ਹੋਈ ਮੈਟ੍ਰਿਕਸ ਦਾ ਰੈਂਕ ਕੀ ਹੋਏਗਾ? R-1। ਜੇ ਸਾਰੇ ਮਾਈਨਰਸ ਦਾ ਹੀ ਜਿਹੜੇ R-1 ਕ੍ਰੋਸ R-1 ਦੇ ਸੀ, ਜੇ ਸਾਰਿਆਂ ਦਾ ਹੀ ਡਿਟਰਮੀਨੈਂਟ ਆਪਣੇ ਕੋਲੇ ਜ਼ੀਰੋ ਆ ਰਿਹਾ ਹੋਵੇ, ਦੈਨ ਉਹੀ ਥਰਡ ਕੇਸ ਦਾ ਸੈਕਿੰਡ ਸਬ ਕੇਸ ਕਿ ਹੁਣ ਮੈਟ੍ਰਿਕਸ ਦੇ ਜਿਹੜੇ ਮਾਈਨਰ ਸੀ ਉਹਨਾਂ ਦਾ ਆਰਡਰ R-1 ਕ੍ਰੋਸ R-1 ਹੈ, ਬਟ ਸਾਰਿਆਂ ਦਾ ਡਿਟਰਮੀਨੈਂਟ ਜ਼ੀਰੋ ਹੈ। ਦੈਨ ਰੈਂਕ ਹੈ ਜਿਹੜਾ ਉਹ R-1 ਵੀ ਨਹੀਂ ਹੋ ਸਕਦਾ, R-1 ਦੇ ਬਰਾਬਰ ਬਿਲਕੁਲ ਵੀ ਨਹੀਂ ਹੋ ਸਕਦਾ। R-1 ਤੋਂ ਲੈਸ ਹੋਊਗਾ। ਕਿੰਨਾ ਲੈਸ? R-2 ਵੀ ਹੋ ਸਕਦਾ, R-3 ਵੀ ਹੋ ਸਕਦਾ, R-4 ਵੀ ਹੋ ਸਕਦਾ। ਉਹ ਫਰਦਰ ਇਨਵੈਸਟੀਗੇਸ਼ਨ ਦੀ ਲੋੜ ਹੈ। ਉਹੀ ਥਰਡ ਸਟੈਪ ਨੂੰ ਆਪਾਂ ਬਾਰ-ਬਾਰ ਫੋਲੋ ਕਰਾਂਗੇ। ਬਟ ਇੱਥੇ ਇਹਨੂੰ ਰਾਈਟ ਆਊਟ ਕੀ ਕੀਤਾ ਜਾਊਗਾ ਕਿ ਹੁਣ ਜਿਹੜਾ ਮੈਟ੍ਰਿਕਸ ਦਾ ਰੈਂਕ ਹੈ R-1 ਤੋਂ ਲੈਸ ਹੈ ਜਾਂ ਲੈਸ ਦੈਨ ਇਕੁਅਲ ਟੂ R-2 ਹੈ। ਨਾਓ ਯੂ ਹੈਵ ਟੂ ਫੋਲੋ ਦਾ ਅਬਾਵ ਪ੍ਰੋਸੈਸ ਸਿਮਿਲਰਲੀ। ਇਸ ਤੋਂ ਬਾਅਦ ਕੀ ਹੋਏਗਾ? ਹੁਣ ਆਪਣੇ ਕੋਲੇ ਆਪਾਂ ਨੇ ਕੀ ਚੈੱਕ ਕਰ ਲਿਆ? R-1 ਕ੍ਰੋਸ R-1 ਦੇ ਸਾਰੇ ਮਾਈਨਰਸ ਦਾ ਡਿਟਰਮੀਨੈਂਟ ਚੈੱਕ ਕਰ ਲਿਆ। ਜੇ ਕਿਸੇ ਨਾ ਕਿਸੇ ਦਾ ਨੋਨ ਜ਼ੀਰੋ ਆ ਰਿਹਾ ਦੈਨ ਫਿਰ ਤਾਂ ਪ੍ਰੋਬਲਮ ਸੋਲਵ ਹੈ, ਰੈਂਕ R-1 ਆ ਗਿਆ। ਬਟ ਜੇ ਸਾਰਿਆਂ ਦਾ ਜ਼ੀਰੋ ਆ ਰਿਹਾ ਦੈਨ ਆਪਾਂ ਨੂੰ ਫੋਰਥ ਸਟੈਪ 'ਤੇ ਡਾਇਰੈਕਟਲੀ ਵਾਪਸ ਆ ਜਾਵਾਂਗੇ। ਹੁਣ ਆਪਣੇ ਕੋਲ R-1 ਕ੍ਰੋਸ R-1 ਦੇ ਜਿਹੜੇ ਮਾਈਨਰਸ ਸੀ, ਫਰਦਰ ਉਹਨਾਂ ਦੇ ਇੱਕ ਰੋ ਅਤੇ ਇੱਕ ਕਾਲਮ ਡਿਲੀਟ ਕਰਦੇ ਹੋਏ R-2 ਕ੍ਰੋਸ R-2 ਦੇ ਸਾਰੇ ਸਕੇਅਰ ਆਰਡਰ ਦੇ ਮਾਈਨਰਸ ਪਤਾ ਕਰਨੇ ਪੈਣਗੇ। ਉਹਨਾਂ ਮਾਈਨਰਸ ਦਾ ਟਰਨ ਬਾਈ ਟਰਨ ਡਿਟਰਮੀਨੈਂਟ ਕਰਾਂਗੇ। ਉਹਨਾਂ ਮਾਈਨਰਸ ਦੇ ਡਿਟਰਮੀਨੈਂਟ ਤੋਂ ਐਸਟੀਮੇਟ ਲਗਾਵਾਂਗੇ ਕਿ ਮੈਟ੍ਰਿਕਸ ਦਾ ਰੈਂਕ ਕੀ ਆ ਰਿਹਾ। ਸਿਮਿਲਰਲੀ ਬਾਈ ਅਬਵ ਪ੍ਰੋਸੈਸ, ਜੇ ਕਿਸੇ ਇਫ ਐਨੀ ਵਨ ਆਫ ਮਾਈਨਰ ਆਫ ਆਰਡਰ R-2 ਕ੍ਰੋਸ R-2 ਜੇ ਕਿਸੇ ਇੱਕ ਦਾ ਵੀ ਨੋਨ ਜ਼ੀਰੋ ਆ ਰਿਹਾ ਡਿਟਰਮੀਨੈਂਟ ਦੈਨ ਪ੍ਰੋਬਲਮ ਸੋਲਵ। ਮੇਨ ਮੈਟ੍ਰਿਕਸ ਦਾ ਜਿਹੜਾ ਡਿਟਰਮੀਨੈਂਟ ਹੈ ਉਹ ਨੋਨ ਜ਼ੀਰੋ ਆ ਰਿਹਾ ਇੱਥੇ R-2 ਕ੍ਰੋਸ R-2 ਦੇ ਦਾ। ਸੋ ਮੇਨ ਮੈਟ੍ਰਿਕਸ ਦਾ ਜਿਹੜਾ ਰੈਂਕ ਹੈ ਉਹ ਕੀ ਆ? R-2 ਆ ਰਿਹਾ ਰੈਂਕ। ਜੇ ਇਹਨਾਂ ਸਾਰਿਆਂ ਦਾ ਹੀ ਜ਼ੀਰੋ ਆ ਰਿਹਾ ਹੋਵੇ R-2 ਕ੍ਰੋਸ R-2 ਦਾ, ਦੈਨ ਅਬਾਵ ਪ੍ਰੋਸੈਸ ਦੇ ਰਾਹੀਂ ਮੈਟ੍ਰਿਕਸ ਦਾ ਰੈਂਕ R-2 ਨਹੀਂ ਹੋ ਸਕਦਾ, R-2 ਤੋਂ ਘੱਟ ਹੋਏਗਾ, ਮੀਨਿੰਗ R-3 ਤੋਂ ਲੈਸ ਦੈਨ ਇਕੁਅਲ ਟੂ ਹੋਏਗਾ।
ਦੈਨ ਫਿਰ R-3 क्रॉस R-3 ਦੇ। ਸੋ ਇਸੇ ਪ੍ਰੋਸੈਸ ਨੂੰ ਆਪਾਂ ਵਾਰ-ਵਾਰ ਫੋਲੋ ਕਰਦੇ ਰਹਾਂਗੇ। ਇੱਥੇ ਕੁਝ ਕੁ ਡੈਫੀਨੇਸ਼ਨ ਆ ਰਹੀਆਂ ਨੇ, ਫਿਰ ਮੈਂ ਐਗਜ਼ਾਮਪਲਸ ਦਿੰਦਾ ਤੁਹਾਨੂੰ ਰੈਂਕ ਆਫ ਮੈਟ੍ਰਿਕਸ ਕਿਸ ਤਰ੍ਹਾਂ ਫਾਈਂਡ ਆਊਟ ਕੀਤਾ ਗਿਆ। ਕੁਝ ਕੁ ਐਗਜ਼ਾਮਪਲ ਨੇ ਜਿਹੜੀਆਂ ਕਾਫੀ ਹੈਲਪ ਕਰਨਗੀਆਂ ਤੁਹਾਨੂੰ ਮੈਟ੍ਰਿਕਸ ਦਾ ਰੈਂਕ ਬਾਈ ਯੂਜ਼ਿੰਗ ਡਿਟਰਮੀਨੈਂਟ ਮੈਥਡ ਸੋਲਵ ਕਰਨ ਦੇ ਵਿੱਚ। ਸੋ ਪਹਿਲੀ ਡੈਫੀਨੇਸ਼ਨ ਆ ਸਿੰਗੂਲਰ ਮੈਟ੍ਰਿਕਸ ਦੀ। ਜੇ ਕਿਸੇ ਮੈਟ੍ਰਿਕਸ ਦਾ ਡਿਟਰਮੀਨੈਂਟ 0 ਹੋਵੇ ਤਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਸਿੰਗੂਲਰ ਮੈਟ੍ਰਿਕਸ। ਨਾਨ ਸਿੰਗੂਲਰ ਮੈਟ੍ਰਿਕਸ ਵੈਨ ਡਿਟਰਮੀਨੈਂਟ ਆਫ ਮੈਟ੍ਰਿਕਸ ਇਜ਼ ਨਾਨ ਜ਼ੀਰੋ। ਸੋ ਇਹ ਸਿੰਗੂਲਰ ਮੈਟ੍ਰਿਕਸ ਅਤੇ ਨਾਨ ਸਿੰਗੂਲਰ ਮੈਟ੍ਰਿਕਸ ਦੀਆਂ ਡੈਫੀਨੇਸ਼ਨਸ ਕਲੀਅਰ ਕਰ ਲਓ। ਜਦੋਂ ਮੈਟ੍ਰਿਕਸ ਦਾ ਡਿਟਰਮੀਨੈਂਟ 0 ਹੈ ਤਾਂ ਸਿੰਗੂਲਰ ਮੈਟ੍ਰਿਕਸ, ਜਦੋਂ ਮੈਟ੍ਰਿਕਸ ਦਾ ਡਿਟਰਮੀਨੈਂਟ ਨਾਨ ਜ਼ੀਰੋ ਹੈ ਦੈਨ ਨਾਨ ਸਿੰਗੂਲਰ ਮੈਟ੍ਰਿਕਸ। ਇਹ ਡੈਫੀਨੇਸ਼ਨਸ ਆਪਾਂ ਨੂੰ ਅੱਗੇ ਰੈਂਕ ਮੈਥਡ ਦੇ ਜਿਹੜੇ ਪ੍ਰੋਬਲਮਸ ਹੋਣਗੇ ਉਹਨਾਂ ਦੇ ਵਿੱਚ ਸੋਲਵ ਕਰਨ ਦੇ ਵਿੱਚ ਕਾਫੀ ਹੈਲਪ ਕਰਨਗੀਆਂ। ਸੋ ਇੱਕ ਐਗਜ਼ਾਮਪਲ ਆ ਰਹੀ ਹੈ ਤੁਹਾਡੇ ਸਾਹਮਣੇ ਇੱਥੇ, ਫਾਈਂਡ ਦਾ ਰੈਂਕ ਆਫ ਮੈਟ੍ਰਿਕਸ। ਮੈਟ੍ਰਿਕਸ ਹੈ ਜਿਹੜੀ ਉਹ 3 क्रॉस 3 ਆਰਡਰ ਦੀ ਹੈ। ਸੋ ਇਸ 3 क्रॉस 3 ਆਰਡਰ ਦੀ, ਇਹ ਪਹਿਲਾਂ ਹੀ ਸਕੇਅਰ ਆਰਡਰ ਦੀ ਮੈਟ੍ਰਿਕਸ ਆ। ਸੋ ਡਾਇਰੈਕਟਲੀ ਆਪਾਂ ਰੈਂਕ ਬਾਈ ਯੂਜ਼ਿੰਗ ਡਿਟਰਮੀਨੈਂਟ ਮੈਥਡ ਨੂੰ ਫੋਲੋ ਕਰਾਂਗੇ। ਇਹਦੇ ਵਿੱਚ ਇਹਦਾ ਡਿਟਰਮੀਨੈਂਟ ਫਾਈਂਡ ਆਊਟ ਕੀਤਾ ਗਿਆ। ਇਸ ਮੈਟ੍ਰਿਕਸ ਦਾ ਡਿਟਰਮੀਨੈਂਟ ਦੇਖੋ ਤੁਹਾਡੇ ਸਾਹਮਣੇ ਸੋਲਵ ਕੀਤਾ ਗਿਆ। ਡਿਟਰਮੀਨੈਂਟ ਕੀ ਆ ਰਿਹਾ? 0। ਮੈਟ੍ਰਿਕਸ ਦਾ ਆਰਡਰ ਸੀ 3 क्रॉस 3 ਦਾ, ਬਟ ਇਹਦਾ ਡਿਟਰਮੀਨੈਂਟ 0 ਆ ਰਿਹਾ। ਦੈਟ ਮੀਨਸ ਮੈਟ੍ਰਿਕਸ ਦਾ ਜਿਹੜਾ ਰੈਂਕ ਹੈ ਉਹ 3 ਨਹੀਂ ਹੋ ਸਕਦਾ, 3 ਤੋਂ ਲੈਸ ਹੋਏਗਾ। 3 ਤੋਂ ਲੈਸ ਹੋਣ ਦੇ ਕੇਸ ਦੇ ਵਿੱਚ ਆਪਾਂ ਉਹਨੂੰ ਲੈਸ ਦੈਨ ਇਕੁਅਲ ਟੂ 2 ਵੀ ਕਹਿ ਸਕਦੇ ਹਾਂ। ਸੋ ਜਿਸ ਤਰ੍ਹਾਂ ਆਪਾਂ ਨੇ ਪ੍ਰੋਸੈਸ ਸਿੱਖਿਆ ਸੀ ਅਬਵ ਕਿ ਜੇ ਮੈਟ੍ਰਿਕਸ ਦਾ ਆਰਡਰ R क्रॉस R ਸੀ, ਉਹਦਾ ਡਿਟਰਮੀਨੈਂਟ 0 ਆ ਰਿਹਾ ਸੀ, ਤਾਂ ਆਪਾਂ ਨੂੰ R-1 ਇੱਕ ਰੋ, R-1 ਇੱਕ ਕਾਲਮ ਡਿਲੀਟ ਕਰਾਂਗੇ। ਠੀਕ ਹੈ। ਸੋ ਇੱਥੇ ਮੈਟ੍ਰਿਕਸ ਦਾ ਆਰਡਰ 3 ਸੀ, ਸੋ ਆਪਾਂ ਇੱਕ ਰੋ ਅਤੇ ਇੱਕ ਕਾਲਮ ਡਿਲੀਟ ਕਰਦੇ ਹੋਏ 2 क्रॉस 2 ਦੇ ਸਾਰੇ ਮਾਈਨਰਸ ਲਿਸਟ ਕਰ ਲਾਂਗੇ। ਤੁਸੀਂ ਰਫ ਕਮ ਦੇ ਵਿੱਚ ਵੀ ਲਿਸਟ ਕਰ ਸਕਦੇ ਹੋ ਜਾਂ ਫੇਅਰ ਦੇ ਵਿੱਚ ਸਾਰੇ ਸ਼ੋਅ ਕਰਨੇ ਤਾਂ ਸਾਰੇ ਰਾਈਟ ਆਊਟ ਕਰਾਂਗੇ। ਹੁਣ ਟਰਨ ਬਾਈ ਟਰਨ ਆਪਾਂ ਸਾਰੇ ਮਾਈਨਰਸ ਦਾ ਡਿਟਰਮੀਨੈਂਟ ਚੈੱਕ ਕਰਾਂਗੇ ਜਿਹੜੇ 2 क्रॉस 2 ਦੇ ਨੇ। ਜੇ ਸਾਰਿਆਂ ਦਾ 0 ਆ ਰਿਹਾ ਦੈਨ ਡਿਟਰਮੀਨੈਂਟ ਸਾਰਿਆਂ ਦਾ ਜੇ 0 ਆ ਰਿਹਾ ਦੈਨ ਰੈਂਕ ਆ ਜਿਹੜਾ 2 ਵੀ ਨਹੀਂ ਹੋ ਸਕਦਾ। ਬਟ ਰਫ ਕਮ ਦੇ ਵਿੱਚ ਆਪਾਂ ਚੈੱਕ ਕੀਤਾ ਕਿਸੇ ਇੱਕ ਮਾਈਨਰ ਦਾ ਜਿਹੜਾ 2 क्रॉस 2 ਦਾ ਮਾਈਨਰ ਆ ਉਹਦਾ ਡਿਟਰਮੀਨੈਂਟ ਕੀ ਆ ਗਿਆ? ਨਾਨ ਜ਼ੀਰੋ ਆ। ਤਾਂ ਆਪਣੀ ਪ੍ਰੋਬਲਮ ਇੱਥੇ ਹੀ ਸਟਾਪ ਹੋ ਜਾਏਗੀ, ਫਿਨਿਸ਼ ਹੋ ਚੁੱਕਿਆ ਕੰਮ। ਹੁਣ 2 क्रॉस 2 ਆਰਡਰ ਵਾਲਾ ਮਾਈਨਰ ਕੋਈ ਨਾਨ ਜ਼ੀਰੋ ਡਿਟਰਮੀਨੈਂਟ ਦੇ ਰਿਹਾ, ਉਹ ਵੈਨਿਸ਼ ਨਹੀਂ ਹੋ ਰਿਹਾ। ਦੈਟ ਮੀਨਸ ਮੈਟ੍ਰਿਕਸ ਦਾ ਜਿਹੜਾ ਰੈਂਕ ਹੈ ਉਹ ਕਿੰਨਾ ਆ ਗਿਆ? 2। ਮੈਟ੍ਰਿਕਸ ਦਾ ਰੈਂਕ 0 ਕਦੋਂ ਹੋ ਸਕਦਾ? ਹਾਂ, ਕਾਫੀ ਪ੍ਰੋਬਲਮਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਮੈਟ੍ਰਿਕਸ ਦਾ ਰੈਂਕ 0 ਕਦੋਂ ਆਉਂਦਾ। ਸਿਰਫ 0 ਮੈਟ੍ਰਿਕਸ ਦਾ ਹੀ ਰੈਂਕ 0 ਹੋ ਸਕਦਾ। 0 ਮੈਟ੍ਰਿਕਸ ਕਿਹੜੀ ਹੋਏਗੀ? ਜਿਹਦੀਆਂ ਸਾਰੀਆਂ ਐਂਟਰੀਜ਼ 0 ਨੇ, ਤਾਂ ਉਸ ਮੈਟ੍ਰਿਕਸ ਦਾ ਰੈਂਕ ਕੀ ਹੋਏਗਾ? 0। ਜੇ ਮੈਟ੍ਰਿਕਸ ਦੇ ਵਿੱਚ ਇੱਕ ਐਂਟਰੀ ਵੀ ਨਾਨ ਜ਼ੀਰੋ ਪਈ ਆ ਦੈਨ ਮੈਟ੍ਰਿਕਸ ਹੈ ਜਿਹੜੀ ਉਹ ਨਾਨ ਜ਼ੀਰੋ ਹੈ। ਦੈਨ ਮੈਟ੍ਰਿਕਸ ਦਾ ਜਿਹੜਾ ਰੈਂਕ ਹੈ ਉਹ ਨਾਨ ਜ਼ੀਰੋ ਹੋਏਗਾ, 0 ਨਹੀਂ ਹੋ ਸਕਦਾ। ਸੋ ਇਹ ਗੱਲ ਕਲੀਅਰ ਕਰੋ ਕਿ ਮੈਟ੍ਰਿਕਸ ਦਾ ਜਿਹੜਾ ਰੈਂਕ ਆ ਉਹ 0 ਕਦੋਂ ਹੋਏਗਾ? ਜਦੋਂ ਮੈਟ੍ਰਿਕਸ ਖੁਦ 0 ਆ, ਸਾਰੀਆਂ ਐਂਟਰੀਜ਼ 0 ਨੇ। ਨੈਕਸਟ ਇੱਕ ਹੋਰ ਐਗਜ਼ਾਮਪਲ ਆ 3 क्रॉस 3 ਆਰਡਰ ਦੀ, ਜਿਹਦਾ ਡਿਟਰਮੀਨੈਂਟ 0 ਆ ਰਿਹਾ। ਦੈਟ ਮੀਨਸ ਮੈਟ੍ਰਿਕਸ ਦਾ ਜਿਹੜਾ ਡਿਟਰਮੀਨੈਂਟ 0 ਆਉਣ ਦੇ ਕੇਸ ਦੇ ਵਿੱਚ ਰੈਂਕ 3 ਨਹੀਂ ਹੋ ਸਕਦਾ, 3 ਤੋਂ ਘੱਟ ਹੋਏਗਾ ਜਾਂ ਲੈਸ ਦੈਨ ਇਕੁਅਲ ਟੂ 2 ਹੋਏਗਾ। ਸੋ ਆਪਾਂ ਨੂੰ ਹੁਣ 2 क्रॉस 2 ਦੇ ਸਾਰੇ ਮਾਈਨਰਸ ਪਤਾ ਕਰਨੇ ਪੈਣਗੇ। ਟਰਨ ਬਾਈ ਟਰਨ ਨਾਲ ਸਾਰੇ ਮਾਈਨਰਸ ਦਾ ਡਿਟਰਮੀਨੈਂਟ ਚੈੱਕ ਕਰਾਂਗੇ। ਬਾਈ ਚਾਂਸ ਇੱਥੇ ਸਾਰੇ ਮਾਈਨਰਸ ਦਾ ਡਿਟਰਮੀਨੈਂਟ 0 0 0 0 0 ਆ ਰਿਹਾ। ਦੇਖੋ ਜਿਵੇਂ ਆਪਣੀ ਪਿੱਛੇ ਵਾਲੀ ਐਗਜ਼ਾਮਪਲ ਦੇ ਵਿੱਚ, ਪ੍ਰੀਵੀਅਸ ਐਗਜ਼ਾਮਪਲ ਦੇ ਵਿੱਚ ਕੀ ਸੀ? ਮੈਟ੍ਰਿਕਸ ਦੇ ਵਿੱਚੋਂ ਡਿਟਰਮੀਨੈਂਟ 0 ਆਉਣ ਤੋਂ ਬਾਅਦ 2 क्रॉस 2 ਦੇ ਫਾਈਂਡ ਆਊਟ ਕੀਤੇ ਸੀ, ਪਹਿਲੇ ਦੇ ਹੀ ਡਿਟਰਮੀਨੈਂਟ ਨਾਨ ਜ਼ੀਰੋ ਆ ਗਿਆ ਸੀ। ਸੋ ਆਪਾਂ ਪ੍ਰੋਬਲਮ ਉੱਥੇ ਹੀ ਸੋਲਵ ਆਊਟ ਕਰਤੀ। ਕਈ ਵਾਰ ਐਗਜ਼ਾਮਪਲਸ ਦੇ ਵਿੱਚ ਕੀ ਹੁੰਦਾ ਕਿ 2 ਦਾ 0 ਆ ਗਿਆ, ਦੈਨ ਆਪਾਂ ਨੂੰ ਟਰਨ ਬਾਈ ਟਰਨ ਅੱਗੇ ਚੱਲਣਾ ਪਊਗਾ। ਤੁਸੀਂ ਗੈਸ ਨਹੀਂ ਲਗਾਉਣਾ ਕਿ ਕਿਹੜਾ ਮਾਈਨਰ ਸੋਲਵ ਕਰੀਏ। ਠੀਕ ਹੈ। ਸੋ ਰਫ ਕਮ ਦੇ ਵਿੱਚ ਤੁਸੀਂ ਇਹਨਾਂ ਦਾ ਡਿਟਰਮੀਨੈਂਟ ਪਤਾ ਕਰ ਸਕਦੇ ਹੋ, ਫਸਟ ਮਾਈਨਰ ਦਾ, ਸੈਕਿੰਡ ਮਾਈਨਰ ਦਾ। ਜੇ ਥਰਡ ਦਾ ਨਾਨ ਜ਼ੀਰੋ ਆ ਗਿਆ ਤਾਂ ਰੀਜ਼ਨ ਦੇ ਦਿਓ ਕਿ ਥਰਡ ਮਾਈਨਰ ਵੈਨਿਸ਼ ਨਹੀਂ ਹੋ ਰਿਹਾ, ਮਤਲਬ ਉਹਦਾ ਡਿਟਰਮੀਨੈਂਟ ਨਾਨ ਜ਼ੀਰੋ ਆ। ਦੈਨ ਥਰਡ ਤੋਂ ਬਾਅਦ ਵਾਲਿਆਂ ਨੂੰ ਪਤਾ ਕਰਨ ਦੀ ਲੋੜ ਨਹੀਂ ਹੈਗੀ। ਬਟ ਜੇ ਟਰਨ ਬਾਈ ਟਰਨ ਸਾਰਿਆਂ ਦਾ 0 ਆ ਰਿਹਾ ਦੈਨ ਇੱਥੇ ਆਪਣੇ ਕੋਲੇ ਆਵਾਂਗੇ ਆਪਾਂ ਕਿ 2 क्रॉस 2 ਦੇ ਜਿਹੜੇ ਮਾਈਨਰਸ ਨੇ ਸਾਰਿਆਂ ਦਾ ਮਾਈਨਰਸ ਦਾ ਡਿਟਰਮੀਨੈਂਟ ਆ ਜਿਹੜਾ ਉਹ 0 ਆ ਰਿਹਾ। 4th ਸਟੈਪ ਦਾ ਸੈਕਿੰਡ ਕੇਸ ਬਣ ਗਿਆ। ਆਪਾਂ ਨੇ ਪ੍ਰੋਸੈਸ ਪੜ੍ਹਿਆ ਸੀਗਾ 4th ਸਟੈਪ ਦੇ ਵਿੱਚ ਕੀ ਸੀ ਕਿ R-1 क्रॉस R-1 ਦੇ ਸਾਰੇ ਮਾਈਨਰਸ ਦਾ ਡਿਟਰਮੀਨੈਂਟ ਕੀ ਆ ਰਿਹਾ? 0 ਆ ਰਿਹਾ। ਸੋ ਆਪਣਾ ਰੈਂਕ ਆ ਜਿਹੜਾ R-1 ਨਹੀਂ ਹੋ ਸਕਦਾ। ਹੁਣ ਆਪਾਂ ਨੂੰ ਫਰਦਰ ਇੱਕ ਰੋ ਅਤੇ ਇੱਕ ਕਾਲਮ ਡਿਲੀਟ ਕਰਨੀ ਪਏਗੀ। ਸੋ ਹੁਣ ਇਸ ਮੈਟ੍ਰਿਕਸ ਦੇ ਵਿੱਚ ਆਪਣੇ ਜਿਹੜੇ 2 क्रॉस 2 ਦੇ ਮਾਈਨਰ ਸੀ ਉਹਨਾਂ 'ਚੋਂ ਇੱਕ ਰੋ ਅਤੇ ਇੱਕ ਕਾਲਮ ਡਿਲੀਟ ਕਰਦੇ ਹੋਏ 1 क्रॉस 1 ਦੇ ਮਾਈਨਰਸ ਪਤਾ ਕਰਨੇ ਪੈਣਗੇ। 1 क्रॉस 1 ਦੇ ਮਾਈਨਰਸ ਕੀ ਨੇਗੇ? ਇੱਕ ਰੋ ਇੱਕੋ ਹੀ ਕਾਲਮ, ਦੈਟ ਮੀਨਸ ਮੈਟ੍ਰਿਕਸ ਦੀ ਇੱਕ ਇੱਕ ਐਂਟਰੀ। ਸੋ ਮੈਟ੍ਰਿਕਸ ਦੀਆਂ ਸਾਰੀਆਂ ਐਂਟਰੀਜ਼ ਨੂੰ ਵਾਚ ਕਰਾਂਗੇ। 1 क्रॉस 1 ਦੀਆਂ ਮਾਈਨਰਸ ਨੇ ਉਹ ਮਾਈਨਰਸ ਜੇ ਤਾਂ ਸਾਰੀਆਂ ਐਂਟਰੀਜ਼ 0 ਨੇ
ਫਿਰ ਤਾਂ ਮੈਟ੍ਰਿਕਸ ਦਾ ਰੈਂਕ 0 ਹੋਏਗਾ। ਜੇ ਐਟਲੀਸਟ ਕੋਈ ਇੱਕ ਐਂਟਰੀ ਵੀ ਨੋਨ ਜ਼ੀਰੋ ਹੈ ਤਾਂ ਸਾਰੀਆਂ ਐਂਟਰੀਜ਼ ਹੀ ਨੋਨ ਜ਼ੀਰੋ ਨੇ। ਸੋ ਮੈਟ੍ਰਿਕਸ ਦੀਆਂ ਜਿਹੜੇ 1x1 ਦੇ ਮਾਈਨਰਸ ਨੇ ਉਹ ਵੈਨਿਸ਼ ਨਹੀਂ ਹੋ ਰਹੇ। ਸੋ ਮੈਟ੍ਰਿਕਸ ਦਾ ਰੈਂਕ ਕੀ ਆ ਗਿਆ 1। ਨੈਕਸਟ ਐਗਜ਼ਾਮਪਲ ਹੈ ਇੱਕ ਜਿਹਦੇ ਵਿੱਚ 4x4 ਦੀ ਮੈਟ੍ਰਿਕਸ ਦੇ ਡਿਟਰਮੀਨੈਂਟ ਨੂੰ ਸੋਲਵ ਕਰਨਾ ਦੱਸਿਆ ਗਿਆ। ਸੋ 4x4 ਦੀ ਮੈਟ੍ਰਿਕਸ ਦਾ ਜਿਹੜਾ ਡਿਟਰਮੀਨੈਂਟ ਦਾ ਪ੍ਰੋਸੈਸ ਆ ਬਿਲਕੁਲ ਉਸੇ ਤਰੀਕੇ ਨਾਲ 3x3 ਦੀ ਮੈਟ੍ਰਿਕਸ ਦੇ ਡਿਟਰਮੀਨੈਂਟ ਦੇ ਪ੍ਰੋਸੈਸ ਵਰਗਾ ਹੀ ਆ। ਸੋ ਇਸ 4x4 ਆਰਡਰ ਦੀ ਮੈਟ੍ਰਿਕਸ ਹੈ ਜਿਹੜੀ, ਇਹਦੀ ਫਸਟ ਰੋ ਹੈ 6 1 3 8। ਸੋ ਆਪਾਂ ਬਾਈ ਐਕਸਪੈਂਡਿੰਗ ਰੋ 1 ਸੋਲਵ ਕਰਾਂਗੇ। ਰੋ 1 ਦੀ ਪਹਿਲੀ ਐਂਟਰੀ 6 ਹੈ, ਪੋਜ਼ੀਟਿਵ 6 ਪਲੱਸ ਦਾ 6 ਬਾਹਰ ਆ ਗਿਆ ਆਪਣੇ ਕੋਲੇ। ਸੋ ਫਸਟ ਰੋ ਅਤੇ ਫਸਟ ਕਾਲਮ ਡਿਲੀਟ ਕਰਦੇ ਹੋਏ ਪਿੱਛੇ ਜਿਹੜੀ ਮੈਟ੍ਰਿਕਸ ਬਚੀ ਹੈ ਉਹ ਆਪਣੇ ਕੋਲੇ 6 ਦੇ ਨਾਲ ਪ੍ਰੋਡਕਟ ਦੇ ਵਿੱਚ ਆ ਜਾਏਗੀ। ਇਹਦਾ ਡਿਟਰਮੀਨੈਂਟ ਕਰਨਾ ਹਲੇ ਫਰਦਰ ਬਾਕੀ ਹੈ। ਅਤੇ ਫਸਟ ਰੋ ਦਾ ਜਿਹੜਾ ਸੈਕਿੰਡ ਐਲੀਮੈਂਟ ਸੀ 1, ਉਹਦਾ ਸਾਈਨ ਚੇਂਜ ਕਰਾਂਗੇ ਆਪਾਂ। ਸੋ -1 ਬਾਹਰ ਆ ਗਿਆ। ਹੁਣ ਫਸਟ ਰੋ ਅਤੇ ਸੈਕਿੰਡ ਕਾਲਮ ਡਿਲੀਟ ਕਰਦੇ ਹੋਏ ਜਿਹੜੀ ਪਿੱਛੇ ਮੈਟਰ ਬਚ ਗਿਆ ਆਪਣੇ ਕੋਲ, ਮੈਟ੍ਰਿਕਸ ਬਚ ਗਈ, ਉਹਦਾ ਡਿਟਰਮੀਨੈਂਟ ਆਪਾਂ ਇਸ ਐਲੀਮੈਂਟ ਦੇ ਨਾਲ ਪ੍ਰੋਡਕਟ ਦੇ ਵਿੱਚ ਲਿਖਾਂਗੇ। ਇਹਦਾ ਡਿਟਰਮੀਨੈਂਟ ਹਲੇ ਸੋਲਵ ਕਰਨਾ ਬਾਕੀ ਹੈ। ਸਿਮਿਲਰਲੀ ਆਪਣੇ ਕੋਲੇ ਜਿਹੜਾ ਫਸਟ ਰੋ ਦਾ ਥਰਡ ਐਲੀਮੈਂਟ ਸੀ ਉਹਦਾ ਸਾਈਨ ਬਿਨਾਂ ਚੇਂਜ ਕੀਤੇ ਆਪਾਂ ਨੈਕਸਟ ਲਿਖਾਂਗੇ। ਸੋ ਇਹ ਇੱਥੇ ਆਪਣੇ ਕੋਲੇ ਫਸਟ ਰੋ ਅਤੇ ਥਰਡ ਕਾਲਮ ਡਿਲੀਟ ਕਰਨ ਤੋਂ ਬਾਅਦ ਜੋ ਮਾਈਨਰ ਬਚ ਰਿਹਾ ਉਹ ਇਸ ਐਲੀਮੈਂਟ 3 ਦੇ ਨਾਲ ਆ ਗਿਆ। ਇਹਦਾ ਵੀ ਡਿਟਰਮੀਨੈਂਟ ਕਰਨਾ ਹਲੇ ਬਾਕੀ ਹੈ। ਸਿਮਿਲਰਲੀ ਆਪਣੇ ਕੋਲ ਜਿਹੜਾ ਫਸਟ ਰੋ ਦਾ ਫੋਰਥ ਐਲੀਮੈਂਟ ਸੀ, ਜਿਸ ਤਰ੍ਹਾਂ ਇੱਥੇ 8 ਹੈ, ਇਹਦਾ ਸਾਈਨ ਚੇਂਜ ਕਰਕੇ ਆਪਾਂ ਰਾਈਟ ਆਊਟ ਕੀਤਾ। ਸੋ ਇੱਥੇ ਫਸਟ ਰੋ ਅਤੇ ਫੋਰਥ ਕਾਲਮ ਨੂੰ ਡਿਲੀਟ ਕਰਨ ਤੋਂ ਬਾਅਦ ਜੋ ਵੀ ਮਾਈਨਰ ਬਚ ਰਿਹਾ ਉਹ ਆਪਣੇ ਕੋਲੇ -8 ਦੇ ਨਾਲ ਆ ਗਿਆ। ਇਹਦਾ ਵੀ ਡਿਟਰਮੀਨੈਂਟ ਪਤਾ ਕਰਨਾ ਹਲੇ ਬਾਕੀ ਹੈ। ਸੋ ਹੁਣ ਇਹਨੂੰ ਤੁਸੀਂ ਈਜ਼ੀਲੀ ਸੋਲਵ ਆਊਟ ਕਰ ਸਕਦੇ ਹੋ। ਬਾਕੀ ਪ੍ਰੋਸੈਸ ਤੁਹਾਡਾ ਸੇਮ ਹੀ ਹੈ। ਹੁਣ ਆਹ ਜਿਹੜੇ 3x3 ਦੇ ਮਾਈਨਰਸ ਬਚ ਰਹੇ ਨੇ ਇਹਨਾਂ ਦਾ ਰਫ ਕੰਮ ਦੇ ਵਿੱਚ ਡਿਟਰਮੀਨੈਂਟ ਕਰੋ, ਦੈਨ ਇੱਥੇ ਪੁੱਟ ਕੀਤਾ ਜਾਏਗਾ। ਸੋ ਸਿੰਪਲੀਫਿਕੇਸ਼ਨ ਤੋਂ ਬਾਅਦ ਆਪਣੇ ਕੋਲੇ 4x4 ਦੀ ਮੈਟ੍ਰਿਕਸ ਦਾ ਜਿਹੜਾ ਉਹ ਈਜ਼ੀਲੀ ਡਿਟਰਮੀਨੈਂਟ ਫਾਈਂਡ ਆਊਟ ਹੋ ਜਾਏਗਾ, ਜਿੱਥੋਂ ਆਪਾਂ ਉਹਦੇ ਰੈਂਕ ਦਾ ਵੀ ਐਸਟੀਮੇਟ ਲਗਾ ਸਕਦੇ ਹਾਂ ਬਾਈ ਅਬਵ ਪ੍ਰੋਸੈਸ। ਹਾਂਜੀ, ਇੱਥੇ ਮੈਂ ਇੱਕ ਦੋ ਕੁ ਡੈਫੀਨੇਸ਼ਨਸ ਹੋਰ ਦੱਸ ਦਿੰਦਾ ਜਿਹੜੀਆਂ ਆਪਾਂ ਨੂੰ ਐਗਜ਼ਾਮਪਲ ਸੋਲਵ ਕਰਨ ਦੇ ਵਿੱਚ ਹੈਲਪ ਕਰਨਗੀਆਂ। ਇਨ ਦਾ ਸਟੇਟਮੈਂਟ ਆਰਡਰ ਆਫ ਮੈਟ੍ਰਿਕਸ ਇਕੁਅਲ ਦਿੱਤਾ ਹੋਇਆ ਤੁਹਾਡੇ ਰੈਂਕ ਆਫ ਮੈਟ੍ਰਿਕਸ ਦੇ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਐਗਜ਼ਾਮ ਦੇ ਵਿੱਚ ਕਾਫੀ ਕੁਐਸਚਨਸ ਇੱਦਾਂ ਦੇ ਆ ਜਾਂਦੇ ਆ। ਤੁਹਾਡੀਆਂ ਬੁੱਕਸ ਦੇ ਵਿੱਚ ਦੇਖੋ ਐਗਜ਼ਾਮਪਲਸ ਦਿੱਤੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਮੈਟ੍ਰਿਕਸ ਦਾ ਆਰਡਰ ਆਪਾਂ ਉਹਦੀਆਂ ਨੰਬਰ ਆਫ ਰੋਜ਼ ਅਤੇ ਨੰਬਰ ਆਫ ਕਾਲਮਸ ਤੋਂ ਫਾਈਂਡ ਆਊਟ ਕਰ ਸਕਦੇ ਹਾਂ। ਸੋ ਮੈਟ੍ਰਿਕਸ ਦਾ ਰੈਂਕ ਦਿੱਤਾ ਹੋਏਗਾ ਤੁਹਾਨੂੰ, ਐਂਡ ਮੈਟ੍ਰਿਕਸ ਦੇ ਵਿੱਚ ਕੋਈ ਨਾ ਕੋਈ ਐਲੀਮੈਂਟ ਪਿਆ ਜਿਹਦੀ ਵੈਲਿਊ ਫਾਈਂਡ ਆਊਟ ਕਰਨ ਨੂੰ ਕਹੀ ਗਈ ਆ, ਜਿਹਦੀ ਵੈਲਿਊ ਆਪਾਂ ਡਿਟਰਮੀਨੈਂਟ ਵਾਲੇ ਪ੍ਰੋਸੈਸ ਤੋਂ ਪਤਾ ਕਰ ਸਕਦੇ ਹਾਂ। ਸੋ ਜੇ ਮੈਟ੍ਰਿਕਸ ਦਾ ਆਰਡਰ ਉਹਦੇ ਰੈਂਕ ਦੇ ਬਰਾਬਰ ਦਿੱਤਾ ਹੋਇਆ ਕਿਸੇ ਸਟੇਟਮੈਂਟ ਦੇ ਵਿੱਚ, ਦੈਨ ਆਪਾਂ ਨੂੰ ਉਹਦਾ ਜਿਹੜਾ ਡਿਟਰਮੀਨੈਂਟ ਆ ਉਹ ਨੋਨ ਜ਼ੀਰੋ ਰੱਖਣਾ ਪਏਗਾ। ਸੋ ਡਿਟਰਮੀਨੈਂਟ ਨੋਨ ਜ਼ੀਰੋ ਨਾਟ ਇਕੁਅਲਸ ਟੂ 0। ਸੋ ਆਪਾਂ ਡਿਟਰਮੀਨੈਂਟ ਸੋਲਵ ਕਰਾਂਗੇ, ਉਹਨੂੰ ਨਾਟ ਇਕੁਅਲਸ ਟੂ 0 ਸੋਲਵ ਕਰਦੇ ਹੋਏ ਅੱਗੇ ਉਸ ਵੈਰੀਏਬਲ ਦੀ ਵੈਲਿਊ ਫਾਈਂਡ ਆਊਟ ਕੀਤੀ ਜਾ ਸਕਦੀ ਹੈ। ਨੈਕਸਟ ਹੈ, ਜੇ ਇਸ ਸਟੇਟਮੈਂਟ ਦੇ ਵਿੱਚ ਮੈਟ੍ਰਿਕਸ ਦਾ ਜਿਹੜਾ ਰੈਂਕ ਹੈ ਉਹਦੇ ਆਰਡਰ ਤੋਂ ਘੱਟ ਦਿੱਤਾ ਹੋਇਆ, ਮੀਨਿੰਗ ਆਰਡਰ ਜ਼ਿਆਦਾ ਆ ਬਟ ਰੈਂਕ ਲੈਸ ਹੈ। ਜੇ ਕਿਸੇ ਐਗਜ਼ਾਮਪਲ ਦੇ ਵਿੱਚ ਮੈਟ੍ਰਿਕਸ ਦਾ ਆਰਡਰ ਵੱਧ ਹੋਵੇ ਰੈਂਕ ਤੋਂ, ਦੈਟ ਮੀਨਸ ਰੈਂਕ ਘੱਟ ਹੋਵੇ ਆਰਡਰ ਤੋਂ, ਦੈਨ ਦਿੱਤੀ ਹੋਈ ਮੈਟ੍ਰਿਕਸ ਦਾ ਜਿਹੜਾ ਡਿਟਰਮੀਨੈਂਟ ਆ ਉਹ ਆਪਾਂ ਇਕੁਅਲ ਟੂ 0 ਟੇਕ ਕਰਾਂਗੇ। ਉੱਪਰ ਵਾਲੇ ਕੇਸ ਦੇ ਵਿੱਚ ਕੀ ਸੀਗਾ ਕਿ ਜਦੋਂ ਆਰਡਰ ਅਤੇ ਰੈਂਕ ਬਰਾਬਰ ਦਿੱਤੇ ਹੋਣ ਤਾਂ ਆਪਾਂ ਮੈਟ੍ਰਿਕਸ ਦਾ ਜਿਹੜਾ ਡਿਟਰਮੀਨੈਂਟ ਆ ਨਾਟ ਇਕੁਅਲਸ ਟੂ 0 ਟੇਕ ਕਰਨਾ ਪਹਿਲੇ ਸਟੈਪ 'ਚ ਹੀ, ਦੈਨ ਉਸੇ ਤਰੀਕੇ ਨਾਲ ਨਾਟ ਇਕੁਅਲ ਟੂ 0 ਰੱਖਦੇ ਹੋਏ ਸੋਲਵ ਕਰਦੇ ਜਾਵਾਂਗੇ ਲੈਫਟ ਹੈਂਡ ਸਾਈਡ ਦੇ ਡਿਟਰਮੀਨੈਂਟ ਨੂੰ। ਸੈਕਿੰਡ ਕੇਸ ਦੇ ਵਿੱਚ ਕੀ ਆ ਕਿ ਜੇ ਰੈਂਕ ਘੱਟ ਹੋਵੇ ਆਰਡਰ ਤੋਂ, ਦੈਨ ਆਪਾਂ ਜਿਹੜਾ ਮੈਟ੍ਰਿਕਸ ਦਾ ਡਿਟਰਮੀਨੈਂਟ ਆ ਉਹ ਇਕੁਅਲਸ ਟੂ 0 ਲੈ ਕੇ ਚੱਲਾਂਗੇ। ਦਿੱਤੀ ਹੋਈ ਮੈਟ੍ਰਿਕਸ ਦਾ ਡਿਟਰਮੀਨੈਂਟ ਕੀ ਲਵਾਂਗੇ, ਇਕੁਅਲਸ ਟੂ 0। ਪਹਿਲੇ ਕੇਸ ਦੇ ਵਿੱਚ ਕੀ ਸੀ, ਦਿੱਤੀ ਹੋਈ ਮੈਟ੍ਰਿਕਸ ਦਾ ਡਿਟਰਮੀਨੈਂਟ ਨਾਟ ਇਕੁਅਲਸ ਟੂ 0। ਠੀਕ ਹੈ, ਦੈਨ ਉਸ ਤੋਂ ਬਾਅਦ ਲੈਫਟ ਹੈਂਡ ਸਾਈਡ ਦੇ ਡਿਟਰਮੀਨੈਂਟ ਨੂੰ ਸੋਲਵ ਕਰਾਂਗੇ। ਉਸ ਤੋਂ ਆਪਾਂ ਉਸ ਦਿੱਤੇ ਹੋਏ ਵੈਰੀਏਬਲ ਦੀ ਵੈਲਿਊ ਫਾਈਂਡ ਆਊਟ ਕੀਤੀ ਜਾ ਸਕਦੀ ਹੈ। ਸੋ ਇਹ ਸੀਗਾ ਆਪਣਾ ਅੱਜ ਦਾ ਟੌਪਿਕ, ਰੈਂਕ ਬਾਈ ਯੂਜ਼ਿੰਗ ਡਿਟਰਮੀਨੈਂਟ ਮੈਥਡ, ਕਿ ਮੈਟ੍ਰਿਕਸ ਦੇ ਡਿਟਰਮੀਨੈਂਟ ਤੋਂ ਆਪਾਂ ਕਿਵੇਂ ਮੈਟ੍ਰਿਕਸ ਦੇ ਰੈਂਕ ਦਾ ਅੰਦਾਜ਼ਾ ਲਗਾ ਸਕਦੇ ਹਾਂ, ਕਿਵੇਂ ਮੈਟ੍ਰਿਕਸ ਦਾ ਰੈਂਕ ਫਾਈਂਡ ਆਊਟ ਕੀਤਾ ਜਾ ਸਕਦਾ। ਠੀਕ ਹੈ, ਨੈਕਸਟ ਜਿਹੜਾ ਲੈਕਚਰ ਹੋਏਗਾ ਆਪਣਾ ਉਹ ਹੈਗਾ ਰੈਂਕ ਬਾਈ ਯੂਜ਼ਿੰਗ ਐਲੀਮੈਂਟਰੀ ਰੋ ਟਰਾਂਸਫੋਰਮੇਸ਼ਨ ਮੈਥਡ। ਸੋ ਉਹਦੇ ਲਈ ਤੁਹਾਨੂੰ
ਐਜ਼ ਏ ਹੋਮਵਰਕ ਦੇ ਵਿੱਚ ਤੁਹਾਡੇ ਪੁਰਾਣੇ ਸਿਲੇਬਸ ਦੇ ਵਿੱਚ ਮੈਟ੍ਰਿਕਸ ਦੇ ਵਿੱਚ ਤੇ ਐਲੀਮੈਂਟਰੀ ਰੋ ਟਰਾਂਸਫੋਰਮੇਸ਼ਨ ਲਗਾਉਣਾ ਦੱਸਿਆ ਹੋਇਆ ਸੀ। ਸੋ ਉਹਨੂੰ ਰਿਵਾਈਜ਼ ਕਰਿਓ ਕਿ ਕਿਸ ਤਰ੍ਹਾਂ ਮੈਟ੍ਰਿਕਸ ਨੂੰ ਨਾਰਮਲਾਈਜੇਸ਼ਨ ਫਾਰਮ ਦੇ ਵਿੱਚ ਲੈ ਕੇ ਜਾਂਦੇ ਆ, ਕਿਸ ਤਰ੍ਹਾਂ ਮੈਟ੍ਰਿਕਸ ਤੋਂ ਆਈਡੈਂਟੀਟੀ ਮੈਟ੍ਰਿਕਸ ਬਣਾਈ ਜਾ ਸਕਦੀ ਆ। ਉਹ ਆਪਾਂ ਸਾਰੀ ਫਰਦਰ ਗੱਲ ਕਰਾਂਗੇ, ਦੁਬਾਰਾ ਤੋਂ ਕਲੀਅਰ ਕਰਵਾ ਦਾਂਗੇ ਉਸ ਐਲੀਮੈਂਟਰੀ ਰੋ ਟਰਾਂਸਫੋਰਮੇਸ਼ਨ ਮੈਥਡ ਨੂੰ। ਬਟ ਫਿਰ ਵੀ ਤੁਸੀਂ ਆਪਣੇ ਰਿਵੀਜ਼ਨ ਦੇ ਤੌਰ 'ਤੇ ਉਸ ਐਲੀਮੈਂਟਰੀ ਰੋ ਟਰਾਂਸਫੋਰਮੇਸ਼ਨ ਬਾਰੇ ਜਿੰਨਾ ਕੁ ਵੀ ਜਾਣਦੇ ਹੋ ਉਹਨੂੰ ਰਿਵਾਈਜ਼ ਕਰਿਓ। ਅਤੇ ਅੱਜ ਦੇ ਇਸ ਟੌਪਿਕ ਦੇ ਵਿੱਚ ਕੋਈ ਕੁਐਰੀਜ਼ ਹੋਈਆਂ, ਕੋਈ ਪ੍ਰੋਬਲਮਸ ਹੋਈਆਂ, ਤੁਸੀਂ ਮੈਨੂੰ ਮੈਸੇਜ ਜਾਂ ਇਸ ਨੰਬਰ 'ਤੇ ਮੈਸੇਜ ਕਰ ਸਕਦੇ ਹੋ, ਠੀਕ ਹੈ। ਸੋ ਉਸ ਤੋਂ ਬਾਅਦ ਤੁਹਾਡੀਆਂ ਕੁਐਰੀਜ਼ ਦੇ ਉਸ ਰਿਗਾਰਡਿੰਗ ਜੋ ਵੀ ਆਨਸਰਸ ਹੋਣਗੇ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ। ਸੋ ਆਲ ਦਾ ਬੈਸਟ, ਪ੍ਰੈਕਟਿਸ ਕਰੋ। ਜਿੱਥੇ ਵੀ ਕਿਤੇ ਕੋਈ ਪ੍ਰੋਬਲਮ ਆ ਰਹੀ ਹੈ ਤੁਸੀਂ ਮੈਨੂੰ ਦੱਸੋ। ਨੈਕਸਟ ਲੈਕਚਰ ਦੇ ਵਿੱਚ ਆਪਾਂ ਇਸ ਤੋਂ ਅਗਲੇ ਟੌਪਿਕ ਦੀ ਗੱਲ ਕਰਾਂਗੇ, ਰੈਂਕ ਬਾਈ ਯੂਜ਼ਿੰਗ ਡਿਟਰਮੀਨੈਂਟ ਮੈਥਡ ਤੋਂ ਬਾਅਦ ਕੀ ਆ ਰਿਹਾ ਸੀ ਆਪਣੇ ਕੋਲ, ਰੈਂਕ ਬਾਈ ਯੂਜ਼ਿੰਗ ਐਲੀਮੈਂਟਰੀ ਰੋ ਟਰਾਂਸਫੋਰਮੇਸ਼ਨ ਮੈਥਡ। ਥੈਂਕਸ।